अस्सलाम वालेकुम, मेरा नाम है अरशद परवेज। आप सब लोग जानते हैं। इस टाइम में हमारे साथ मौजूद हैं मुबशर साहब और इनका ताल्लुक है जमात अहमदिया से। हम सबका एहतराम करते हैं। मेरे कुछ सवालात हैं जो कि मेरे जहन में थे। मेरे जहन में ये आज आया कि मैं इनसे पूछूं, तो जितनी इनको मालूम है वो ये बताएंगे। डेफिनेटली कोई पेचीदा सवालात होते हैं तो उनके लिए उलमा मौजूद होते हैं, तो एक आम फहम सा सवाल है। मुबशर साहब, मेरा सवाल ये है कि गुलाम अहमद मिर्ज़ा जिन पर आप ये यकीन रखते हैं कि वो नबी हैं, तो उनको पैगाम किस तरह से आया? मैं तो ਤੁਹਾਨੂੰ ਹਾਂ ਨਹੀਂ ਕੀਤੀ, ਤੁਸੀਂ ਆ ਖੋਲ ਕੇ ਬਹਿ ਗਏ। ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਤੁਹਾਨੂੰ ਅਗਰ ਇਸ ਚੀਜ਼ ਦੀ ਜੁਸਤਜੂ ਹੈ ਤੇ ਮੈਂ ਤੁਹਾਨੂੰ ਭੇਜਣਾ, ਤੁਸੀਂ ਜੀ ਬਿਸਮਿਲ੍ਲਾ ਨਾਲ ਰਾਬਤਾ ਕਰਕੇ ਤੇ ਪੁੱਛੋ ਜੋ ਕੁਝ ਪੁੱਛਣਾ, ਤੁਹਾਡੀ ਤਸੱਲੀ ਹੋ ਤੇ ठीक है, मैं मान लेना, लेकिन मेरा भी तो एक अकीदा है ना मौजूद। ਤੇ ਤੁਸੀਂ ਆਪਣਾ ਅਕੀਦਾ ਹੀ ਦੱਸਣਾ। नहीं उन्होंने ਮੇਰਾ ਅਕੀਦਾ ਹੈ, ਤੁਹਾਡਾ ਲੇਕਿਨ ਮੇਰੀ ਤਸੱਲੀ ਨਹੀਂ ਇਸ ਪਾਸੇ। ਮੈਂ ਤੁਹਾਡੇ ਮਤਲਬ ਤੁਹਾਡਾ ਪੁੱਛਣਾ ਚਾਹਨਾ, ਤੁਹਾਡਾ ਅਕੀਦਾ ਕੀ ਹੈ, ਮਤਲਬ ਕਿਸ ਤਰ੍ਹਾਂ ਹੈ, ਸਾਰਾ ਕੁਝ ਜੋ ਪੁੱਛੋਗੇ ਤੁਹਾਨੂੰ ਦੱਸ ਦੇਣਾ। नहीं, मेरा तो ਜਿਹੜਾ ਅਕੀਦਾ है ना वो ये है कि हजरत मोहम्मद मुस्तफा सल्लल्लाहु अलैहि वसल्लम इस रूए ਜ਼ਮੀਨ ਤੇ ਆਖਰੀ ਪੈਗੰਬਰ, ਆਖਰੀ ਨਬੀ, ਆਖਰੀ ਰਸੂਲ ਆਏ। ਉਹਨਾਂ ਤੋਂ ਬਾਅਦ ਵਹੀ ਦਾ ਸਿਲਸਿਲਾ ਮੁਨਕਤਾ ਹੋ ਗਿਆ। ਲੇਕਿਨ ਤੁਸੀਂ ਜੇ ਕਹਿੰਦੇ ਹੋ ਕਿ ਗੁਲਾਮ ਅਹਿਮਦ ਮਿਰਜ਼ਾ ਸਾਹਿਬ ਨਬੀ ਨੇ, ਤੇ ਮੇਰਾ ਸਵਾਲ ਇਹ ਹੈ, ਮੇਰੇ ਜ਼ਿਹਨ ਦੇ ਵਿੱਚ ਇਹ ਤਜੱਸੁਸ ਪੈਦਾ ਹੁੰਦਾ ਕਿ ਉਹਨਾਂ ਦੇ ਕੋਲ ਪੈਗਾਮ ਕਿਸ ਤਰ੍ਹਾਂ ਆਇਆ ਕਿ ਉਹ ਅੱਲਾ ਦੇ ਨਬੀ ਨੇ। ਕੋਈ ਫਰਿਸ਼ਤਾ ਲੈ ਕੇ ਆਇਆ, ਹਜ਼ਰਤ ਜਿਬਰੀਲ ਅਮੀਨ ਲੈ ਕੇ ਆਏ, ਕੋਈ ਹੋਰ ਫਰਿਸ਼ਤੇ ਲੈ ਕੇ ਆਏ, ਅੱਲਾਹ ਤਾਲਾ ਨੇ ਡਾਇਰੈਕਟ ਰਾਬਤਾ ਕੀਤਾ? ਕਿਸ ਤਰ੍ਹਾਂ ਪਤਾ ਲੱਗਿਆ ਅੱਲਾਹ ਦਾ ਨਬੀ ਜਿਹੜਾ ਉਹ ਅੱਲਾਹ ਦੇ ਨਾਲ ਰਾਬਤੇ ਦੇ ਵਿੱਚ ਹੀ ਹੁੰਦਾ ਨਾ? ਤੇ ਇਹ ਸਵਾਲ ਹੈ ਮੇਰਾ। ਤੁਹਾਨੂੰ ਇਸ ਦਾ ਮੌਲਵੀਆਂ ਨੇ ਕੋਈ ਨਹੀਂ ਤੁਹਾਡੇ ਨੂੰ ਦੱਸਿਆ ਯਾਰ ਕਿ ਇਹ ਇੰਨੇ 100 ਸਾਲ ਹੋ ਗਏ ਨੇ, ਕਿਸੇ ਨੇ ਦਾਅਵੇਦਾਰ ਨੇ ਦਾਅਵਾ ਕੀਤਾ, ਹੁਣ ਤੱਕ ਤੇ ਉਹ ਮਤਲਬ ਉਹਦਾ ਸਿਲਸਿਲਾ ਚੱਲ ਰਿਹਾ, ਲੇਕਿਨ ਅਸੀਂ ਸਾਰੇ ਨਾਮਰਾਦ ਹੋਣ ਡਏ ਹਾਂ ਤੇ ਉਹ ਦਾਅਵੇਦਾਰ ਸੱਚਾ ਜੇ ਜਾਂ ਝੂਠਾ ਹਾਲੀ ਤੱਕ ਤੁਹਾਨੂੰ ਨਹੀਂ ਪਤਾ। 125 ਤੋਂ ਉੱਤੇ ਸਾਲ ਗੁਜ਼ਰਨ ਲੱਗੇ ਨੇ, ਤੁਹਾਨੂੰ ਹਾਲੇ ਤੱਕ ਨਹੀਂ ਪਤਾ। ਫਿਰ ਤੁਹਾਡਾ ਦੁਨੀਆ ਦੇ ਆਉਣ ਦਾ ਕੀ ਮਕਸਦ ਮੰਗਦਾ? ਤੁਸੀਂ ਦੁਨੀਆ ਤੇ ਆ ਕੇ ਬਸ ਉਹ ਫਿਰ ਲਕੀਰ ਦੇ ਫਕੀਰ, ਜਿਸ ਤਰ੍ਹਾਂ ਉਹ ਆਉਂਦੇ ਸਨ ਯਹੂਦ ਕਿ ਗਾਂ ਜ਼ਬਾ ਨਹੀਂ ਕਰਨੀ, ਉਹਦਾ ਰੰਗ ਦੱਸੋ ਮੂਸਾ ਅਲੈਹਿਸ ਸਲਾਮ ਨੂੰ ਕਿਹਾ ਹੈ, ਉਹ ਸਾਨੂੰ ਤੇ ਸਾਰੀਆਂ ਗਾਵਾਂ ਇਹੋ ਜਿਹੀਆਂ ਨਜ਼ਰ, ਤੁਹਾਨੂੰ ਵੀ ਇਹੋ ਕੁਛ ਨਜ਼ਰ ਆਉਣ। ਨਹੀਂ, ਬਿਲਕੁਲ ਸਹੀ ਹੈ, ਤੁਹਾਡੀ ਗੱਲ ਦੇ ਵਿੱਚ ਬੜਾ ਵਜ਼ਨ ਹੈ। ਇਹਦੇ ਵਿੱਚ ਮੈਂ 125 ਸਾਲ ਤੋਂ ਉੱਤੇ ਹੋ ਗਏ ਕਿ ਦਾਅਵੇਦਾਰ ਹੋ ਕੇ ਗੁਜ਼ਰਿਆ ਤੋਂ ਦੁਨੀਆ ਤੋਂ, ਉਹਦਾ ਸਿਲਸਿਲਾ ਚੱਲ ਰਿਹਾ, ਖਿਲਾਫਤ ਚੱਲ ਰਹੀ ਆ, ਮਤਲਬ ਇਸ ਵਕਤ 5ਵੀਂ ਖਿਲਾਫਤ ਸ਼ੁਰੂ ਆ ਤੇ ਤੁਹਾਨੂੰ ਇੰਨਾ ਹੀ ਨਹੀਂ ਪਤਾ। ਜਿਹੜੇ ਮੇਰੇ ਭਾਈ ਰਿਸਰਚ ਕਰਨੀ ਆ ਤੇ ਕਰੋ ਸਹੀ ਤਰ੍ਹਾਂ। ਮਤਲਬ ਗੁਲਾਮ ਅਹਿਮਦ ਮਿਰਜ਼ਾ ਸਾਹਿਬ ਜਿਹੜੇ ਨੇ, ਹਾਂ, ਜਿਹੜੇ ਤੁਹਾਡੇ ਅਕੀਦੇ ਦੇ ਮੁਤਾਬਿਕ ਅੱਲਾ ਦੇ ਨਬੀ ਨੇ, ਉਹਨਾਂ ਦੀ ਅੱਗੇ ਖਿਲਾਫਤ ਚੱਲਦੀ ਪਈ ਹੈ ਤੇ 5ਵੀਂ ਖਿਲਾਫਤ ਹੈ ਇਸ ਟਾਈਮ। 5ਵੀਂ ਖਿਲਾਫਤ। 5ਵੇਂ ਖਲੀਫਾ ਕੌਣ ਨੇ? ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ। ਮਿਰਜ਼ਾ ਮਸਰੂਰ ਅਹਿਮਦ ਸਾਹਿਬ, ਜਿਹੜੇ ਇਸ ਟਾਈਮ ਤੇ ਲੰਡਨ ਦੇ ਵਿੱਚ ਨੇ। ਮਰਕਜ਼ ਉਹਨਾਂ ਨੇ ਲੰਡਨ ਨੂੰ ਬਣਾਇਆ ਹੋਇਆ। ਠੀਕ ਹੈ, ਤੇ ਮੇਰਾ ਸਵਾਲ ਜਿਹੜਾ ਨਾ ਉਹ ਪਹਿਲੇ ਵਾਲਾ ਹੀ ਆ ਜਾਂਦਾ ਹੈ ਕਿ ਗੁਲਾਮ ਅਹਿਮਦ ਮਿਰਜ਼ਾ ਸਾਹਿਬ ਜਿਹੜੇ ਨੇ, ਉਹਨਾਂ ਨੂੰ ਅੱਲਾ ਦੀ ਤਰਫੋਂ ਕਿਸ ਤਰ੍ਹਾਂ ਪੈਗਾਮ ਮਿਲਿਆ ਕਿ ਉਹ ਅੱਲਾ ਦੇ ਨਬੀ ਨੇ? रसूल पाक सल्लल्लाहु अलैहि वसल्लम फौत हुए, दुनिया तो गए। जी ठीक है, गए। जी। हजरत अबू बकर सिद्दीक रज़ी अल्लाह तआला अन्हु की खुतबा इरशाद फरमाया ਜਦੋਂ ਉਹਨਾਂ ਦੀ ਵਫਾਤ ਹੋਈ, ਉਸ ਵਕਤ ਉਸ ਸ਼ਹਿਰ 'ਚ ਮੌਜੂਦ ਨਹੀਂ ਸਨ। ठीक है। ਉਹਨਾਂ ਤੋਂ ਪਹਿਲੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ ਬੈਠੇ ਸੀ, ਉਹ ਤਲਵਾਰ ਤਾਣ ਕੇ ਕਿ ਕਿਸੇ ਨੇ ਅਗਰ ਨਾਮ ਹੀ ਲਿਆ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਫੌਤ ਹੋ ਗਏ ਤੇ ਮੈਂ ਉਹਦਾ ਸਰ ਤਨ ਤੋਂ ਜੁਦਾ ਕਰਦਾ। ਉਸ ਤੋਂ ਬਾਅਦ ਜਦੋਂ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਨੇ ਉਹਨਾਂ ਨੇ ਬੋਸਾ ਦਿੱਤਾ, ठीक है। ਉਹਨਾਂ ਦੀ ਮਈਤ ਮੁਬਾਰਕ ਨੂੰ ਬੋਸਾ ਦਿੱਤਾ ਤੇ ਉਹਨਾਂ ਨੇ ਫਿਰ ਕੁਰਾਨ ਦੀ ਸੂਰਤ ਪੜ੍ਹੀ, ਮਾ ਮੁਹੰਮਦਨ ਇਲਾ ਰਸੂਲ ਕਦ ਖਲਤ ਮਿਨ ਕਬਲਹਿ ਰਸੂਲ, ਮੁਹੰਮਦ ਅੱਲਾਹ ਕੇ ਰਸੂਲ ਹੈ ਔਰ ਇਸ ਸੇ ਪਹਿਲੇ तमाम ਅੰਬੀਆ ਫੌਤ ਹੋ ਗਏ। ठीक है। ਉਸ ਵੇਲੇ ਜਿਹੜੇ ਸਨ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੂੰ, ਉਹ ਵੀ ਰੋਣ ਲੱਗ ਗਏ। ਉਹਨਾਂ ਨੇ ਆਖਿਆ ਕਿ ਇਹ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਅੱਜ ਆਇਤ ਨਾਜ਼ਿਲ ਹੋਈ, ਜਬਕਿ ਕੁਰਾਨ ਮਜੀਦ ਤੋਂ ਪਹਿਲੇ ਤੋਂ ਆਇਤ ਮੌਜੂਦ ਸੀ। ਕੁਰਾਨ ਤੇ ਉਹਨਾਂ ਤੇ ਉਤਰਿਆ ਨਹੀਂ, ਕੋਈ ਗੱਲ ਨਹੀਂ, ਕੁਰਾਨ ਤੇ ਉਹਨਾਂ ਤੇ ਨਾਜ਼ਿਲ ਹੋਇਆ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ। ਜੀ। ਤੇ ਕੁਰਾਨ ਤੋਂ ਹਟ ਕੇ ਤੇ ਕੋਈ ਚੀਜ਼ ਨਹੀਂ। ਜਿਸ ਵੇਲੇ ਇੱਕ ਇੰਨੀ ਵੱਡੀ ਦਲੀਲ ਤੁਹਾਡੇ ਸਾਹਮਣੇ ਆ ਗਈ ਕਿ ਮਤਲਬ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਇਸ ਦੁਨੀਆ ਤੋਂ ਚਲੇ ਗਏ, ਇਸ ਤੋਂ ਪਹਿਲੇ ਸਾਰੇ ਅੰਬੀਆ ਫੌਤ ਹੋ ਗਏ, ਤੇ ਤੁਸੀਂ ਤੇ ਹੁਣ ਤੱਕ ਤੁਸੀਂ ਆਂਦੇ ਇੱਕ ਪਾਸੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ ਨੇ, ਤੇ ਤੁਸੀਂ ਈਸਾ ਅਲੈਹਿਸਲਾਮ ਦੀ ਆਮਦ ਦਾ ਵੀ ਇੰਤਜ਼ਾਰ ਕਰਦੇ। ਜੀ ਬਿਲਕੁਲ।
ਕਿਉਂ ਉਹਨਾਂ ਅੰਬੀਆ ਚ ਨਹੀਂ ਸਨ ਉਹ ਜਿਹੜੇ ਪਹਿਲੇ ਗੁਜ਼ਰ ਗਏ? ਹਜ਼ਰਤ ਈਸਾ ਅਲੈਹਿਸਲਾਮ ਦਾ ਜਿਹੜਾ ਨਾ ਸਵਾਲ ਉਹ ਇਹ ਆ ਜਾਂਦਾ ਹੈ ਕਿ ਬਈ ਜਿਹੜਾ ਮੇਰਾ ਯਕੀਨ ਹੈ ਉਹ ਇਹ ਹੈ ਕਿ ਰੱਬ ਤਾਲਾ ਨੇ ਉਹਨਾਂ ਨੂੰ ਚੁੱਕ ਲਿੱਤਾ। ਤੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਹੀਂ ਸੀ ਪਤਾ ਸੀ ਬਿਲਕੁਲ। ਤੇ ਫਿਰ ਉਹਨਾਂ ਤੇ ਨਹੀਂ ਆਪਣੀ ਹਜ਼ਾਰ ਚ ਆਖਿਆ ਕਿ ਹਜ਼ਰਤ ਈਸਾ ਅਲੈਹਿਸਲਾਮ ਅਸਮਾਨ ਤੇ ਬੈਠੇ ਆ, ਮੇਰੇ ਜਾਣ ਤੋਂ ਬਾਅਦ ਉਹਨਾਂ ਆਉਣਾ? ਕਦੀ ਉਹਨਾਂ ਕਿਹਾ? ਅੱਛਾ, ਇਹ ਇੱਕ ਚੀਜ਼ ਇੱਕ ਡਿਫਰੈਂਟ ਸਵਾਲ ਹੈ। ਡਿਫਰੈਂਟ ਸਵਾਲ ਨਹੀਂ, ਇਹਦੇ ਵਿੱਚ ਹੀ ਸਵਾਲ ਹੈ। ਨਹੀਂ। ਤੁਸੀਂ ਕਹਿੰਦੇ ਹੋ ਨਾ ਅਸੀਂ ਮੰਨਦੇ ਆ, ਅਸਲ ਮੈਨੇ ਤੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਖਰੀ ਨਬੀ ਅਸੀਂ ਮੰਨਦੇ, ਤੁਸੀਂ ਨਹੀਂ ਮੰਨਦੇ। ਠੀਕ ਹੈ, ਇਹ ਮੈਂ ਤੁਹਾਨੂੰ ਦੱਸਾਂ, ਬਿਲਕੁਲ। ਅਸੀਂ ਮੰਨਦੇ ਆ, ਤੁਸੀਂ ਨਹੀਂ ਮੰਨਦੇ। ਸਾਡਾ ਸਹੀ ਇਮਾਨ ਹੈ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ ਸਨ, ਲੇਕਿਨ ਤੁਹਾਡਾ ਨਹੀਂ। ਨਬੀ ਤੋ- ਪਾਕ ਹਜ਼ਰਤ ਤੋ ਮੁਹੰਮਦ ਤੁਸੀਂ ਹਜ਼ਰਤ ਈਸਾ ਅਲੈਹਿ ਸਲਾਮ ਦੇ ਆਮਦ ਦਾ ਇੰਤਜ਼ਾਰ ਕਰਦੇ ਹੋ ਨਾ, ਜੀ, ਕਰਦੇ ਹੋ ਨਾ, ਅੱਜ ਤੱਕ ਕਰਦੇ ਹੋ, ਤੁਹਾਡੇ ਸਾਰੇ ਕਰਦੇ, ਠੀਕ ਹੈ। ਬਿਲਕੁਲ। ਤੇ ਫਿਰ ਉਹਨਾਂ ਕਿਸ ਹਸੀਅਤ ਨਾਲ ਆਣਾ? ਆਖਰੀ ਨਬੀ ਜਦੋਂ ਇੱਕ ਪਾਸੇ ਮੰਨਦੇ ਕਿ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ, ਉਹਨਾਂ ਦੀ ਨਬੂਵਤ ਖਤਮ ਹੋ ਗਈ, ਵਹੀ ਐਲਾਨ ਖਤਮ ਹੋ ਗਿਆ। ਮੇਰਾ ਤੇ ਚਲੋ ਮੈਂ ਥੋੜੀ ਜਿਹੀ ਗੱਲ ਕਰਕੇ ਨਾ ਕਿ ਮੇਰਾ ਤਾਂ ਯਕੀਨ ਇਹ ਆ ਕਿ ਹਜ਼ਰਤ ਈਸਾ ਅਲੈਹਿਸਲਾਮ ਜਿਹੜੇ ਨੇ ਅੱਲਾ ਦੇ ਨਬੀ ਨੇ, ਉਹਨਾਂ ਨੂੰ ਰੱਬ ਤਾਲਾ ਨੇ ਚੁੱਕ ਲਿੱਤਾ। ਉਹਨਾਂ ਨੂੰ ਮੌਤ ਤੇ ਆਈ ਨਹੀਂ, ਮੌਤ ਤੇ ਅਜੇ ਆਏਗੀ, ਜਦੋਂ ਵਾਪਸ ਆ ਜਾਣਗੇ ਕੰਟੀਨਿਊ ਹੋ ਕਿ ਜਾਏਗੀ। ਉਹ ਬਸ਼ਰ ਨਹੀਂ ਸਨ? ਜੀ ਬਿਲਕੁਲ ਬਸ਼ਰ ਸੀਗੇ। ਤੇ ਹਰ ਬਸ਼ਰ ਨੇ ਤੇ ਮੌਤ ਦਾ ਮਜ਼ਾ ਚੱਖਣਾ। ਜੀ ਬਿਲਕੁਲ, ਉਹ ਵੀ ਕਿੱਥੇ ਚੱਖਣਗੇ। ਲਿਖਿਆ? ਤੇ ਫਿਰ ਉਹ ਵੀ ਚੱਖਣਗੇ, ਅਜੇ ਉਹਨਾਂ- ਮਰੇ ਹੀ ਨਹੀਂ ਉਹ ਅੱਲਾਹ ਤਾਲਾ ਦੀ ਰਹਿਮਤ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਰੱਬ ਤਾਲਾ ਨੇ ਨਬੀ ਪਾਕ की हजरत मोहम्मद मुस्तफ़ा सल्लल्लाहु अलैहि वसल्लम की मेराज ते बुला लिया। वो आसमान ते चले गए, पहले आसमान ते, दूसरे सतवें आसमान ते, फिर सिदरतुल मुंतहा, सिदरा बेरीतुल मुंतहा, ये मेरी हद थी, एक ओले जिब्राइल है, उस हद तक गए, फिर वापस आ गए। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਮੌਤ ਆਈ ਸੀ? ਮੌਤ ਤੇ ਨਹੀਂ ਆਈ ਸੀ, ਰੱਬ ਤਾਲਾ ਨੇ ਬੁਲਾਇਆ ਸੀ। ਜਿੰਨਾ ਮੈਨੇ ਤੁਸੀਂ ਮੰਨਦੇ ਹੋ ਨਾ ਇਸ ਨੂੰ, ਉਹੀ ਉਹ ਤੁਹਾਡਾ ਇਸੇ ਤਰ੍ਹਾਂ ਹੀ ਹੈ ਜਿੱਦਾਂ ਤੁਹਾਡੇ ਜ਼ਿਹਨ ਚ ਉਹਨਾਂ ਬਿਠਾਇਆ ਨਾ ਮੌਲਾ ਨੇ, ਉਹੀ ਕੁਰਾਨ ਹਦੀਸ, ਇਹ ਕੋਈ ਹਰ ਐਤ ਇਹ ਨਹੀਂ ਕਿ ਮੰਨੋ ਮਾਨੀ ਉਸੇ ਤਰ੍ਹਾਂ ਕੁਝ ਸਮਝਾਉਣ ਲਈ ਕੋਈ ਕਿਸੇ ਤਰ੍ਹਾਂ, ਮਤਲਬ ਇਹ ਕੁਰਾਨ ਨਾਜ਼ਲ ਜਿਹੜਾ ਹੋਇਆ ਨਾ ਇਸ ਤਰ੍ਹਾਂ ਹੋਇਆ, ਹਦੀਸ ਵੀ ਇਸ ਤਰ੍ਹਾਂ ਹੈ। ਜਦੋਂ ਸੱਚੀ ਗਵਾਹੀ ਇੱਕ ਬੀਵੀ ਤੋਂ ਇਲਾਵਾ ਕੋਈ ਹੋਰ ਹੁੰਦੀ ਕਿਸੇ ਬੰਦੇ ਦੀ? ਬਿਲਕੁਲ ਸਹੀ ਕਹਿ ਰਹੇ। ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਨੇ ਇਸ ਬਾਰੇ ਕੀ ਆਖਿਆ ਸੀ? ਇਹ ਜਦੋਂ ਇਹ ਵਾਕਿਆ ਤੁਸੀਂ ਮਿਰਾਜ ਦਾ ਦੱਸਦੇ ਹੋ, ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਨੇ ਕੀ ਆਖਿਆ ਸੀ? ਉਹਨਾਂ ਕਿਹਾ ਉਹ ਉਹਨਾਂ ਦਾ ਜਿਸਮੇ ਮੁਬਾਰਕ ਮੇਰੇ ਕੋਲ ਸੀ। ਅੱਛਾ, ਕੀ ਮੁਰਾਦ? ਚਰਪਾਈ ਮੁਬਾਰਕ ਮੇਰੇ ਕੋਲ ਸੀ, ਉਹਦਾ ਕੀ ਤੁਸੀਂ ਮਤਲਬ ਲੋਗੇ ਜੀ? ਉਹਨਾਂ ਨੂੰ ਰੂਹਾਨੀ ਨਜ਼ਾਰਾ ਕਰਾਇਆ ਗਿਆ, ਇਹ ਨਹੀਂ ਜਿਸਮਾਨੀ ਨਜ਼ਾਰਾ ਨਹੀਂ ਕਰਾਇਆ ਗਿਆ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ। ਮਤਲਬ ਉਹ ਜਿਹੜਾ ਬੁਰਾਕ ਦਾ ਵਾਕਿਆ ਹੈ ਕਿ ਬੁਰਾਕ ਤੁਸੀਂ ਬਣਾ ਲਓ, ਜੋ ਮਰਜ਼ੀ ਬਣਾ ਲਓ, ਬੁਰਾਕ ਦਾ ਕੋਈ ਫਿਰ ਜ਼ਿਕਰ। ਉੱਥੋਂ ਆਪਣਾ ਮਸਜਿਦ ਅਕਸਾ ਗਏ, ਉੱਥੇ ਨਬੀਆਂ ਦੀ ਇਮਾਮਤ ਕੀਤੀ, ਇਹ ਸਾਰਾ ਵਾਕਿਆ ਗਲਤ ਹੈ। ਇਹ ਵਾਕਿਆ ਉਹਨਾਂ ਨੂੰ ਰੂਹਾਨੀ ਕੀ ਮਤਲਬ? ਤਾਂ ਇਹ ਜਿਹੜਾ ਇਨਸਾਨ ਦੇ ਅੰਦਰ ਰੂਹ ਹੈ ਨਾ, ਜਦੋਂ ਤੁਸੀਂ ਖਾਬ ਦੇਖਦੇ ਹੋ ਨਾ, ਇਹ ਉਹ ਨਜ਼ਾਰਾ ਕਰਾਇਆ ਗਿਆ। ਤਾਂ ਉਸ ਵੇਲੇ ਅਗਰ ਇਨਸਾਨ ਡਰਾਉਣੀ ਖਾਬ ਦੇਖਦਾ, ਹਕੀਕਤ ਰਸੂਲ ਪਾਕ ਸੱਲਮ ਜਿਸਮੇ ਅੰਸਰੀ ਨਾਲ ਨਹੀਂ ਗਏ, ਫਿਰ ਰੂਹ ਉਹ ਉਹਨਾਂ ਦਾ ਜਿਸਮੇ ਮੁਬਾਰਕ ਤੇ ਹਜ਼ਰਤ ਆਇਸ਼ਾ ਰਜ਼ੀ ਅੱਲਾਹ ਤਾਲਾ ਨੇ ਕਹਿੰਦੇ ਮੇਰੇ ਕੋਲ ਸਨ। ਅੱਛਾ, ਤੇ ਤੁਸੀਂ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਇਸ ਜਿਸਮ ਅੰਸਰੀ ਨਾਲ ਤੋੜ ਦਿੱਤਾ? ਇੱਕ ਦੇਖੋ ਨਾ, ਬੜੀ ਨੌਲੇਜ ਵਾਲੀ ਗੱਲ ਹੈ। ਤੁਸੀਂ ਮੈਂ ਇਹੀ ਚੀਜ਼ ਸਮਝਣਾ ਚਾਹੁੰਦਾ। ਪਤਾ ਲੱਗੇ ਕਿ ਦੋਵੇਂ ਬੰਦੇ ਆ। ਨਹੀਂ, ਮੇਰੀ ਆ ਰਹੀ ਹੈ ਪਿਕਚਰ, ਮੈਂ ਇਹ ਹੈਗਾ, ਮੇਰੀ ਆ ਰਹੀ ਹੈ, ਮੈਂ ਆ ਰਿਹਾ ਸ਼ੀਸ਼ੇ ਦੇ ਵਿੱਚੋਂ ਆ ਰਿਹਾ। ਸ਼ੀਸ਼ੇ ਦੇ ਵਿੱਚ। ਅੱਛਾ, ਮੇਰਾ ਫਿਰ ਸਵਾਲ ਇਹ ਆ ਜਾਂਦਾ ਹੈ ਕਿ ਜਿਹੜੇ ਗੁਲਾਮ ਅਹਿਮਦ ਮਿਰਜ਼ਾ ਸਾਹਿਬ ਸੀ, ਉਹਨਾਂ ਨੂੰ ਜਿਹੜਾ ਰਾਬਤਾ ਹੋਇਆ ਕਿ ਆਪ ਅੱਲਾ ਦੇ ਨਬੀ ਹੋ, ਠੀਕ ਹੈ, ਮੈਂ ਇਹਤਰਾਮ ਕਰਦਾ ਹਰ ਇੱਕ ਅਕੀਦੇ ਦਾ, ਆਪ ਅੱਲਾ ਦੇ ਨਬੀ ਹੋ, ਰੱਬ ਤਾਲਾ ਨੇ ਕਿਸ ਤਰ੍ਹਾਂ ਰਾਬਤਾ ਕੀਤਾ? ਉਹ ਖਾਬ ਦੇ ਵਿੱਚ ਤੁਸੀਂ ਆਪਣਾ ਉਹੀ ਸਵਾਲ, ਉਹ ਸਵਾਲ ਤੁਸੀਂ ਕਰੀ ਜਾਂਦੇ, ਮੇਰੇ ਸਵਾਲ ਦਾ ਤੁਸੀਂ ਜਵਾਬ ਦਿੰਦੇ ਨਹੀਂ, ਫਿਰ ਤੁਹਾਡਾ ਮੇਰਾ ਕੀ ਬਹਿਸ ਕਰਨਾ? ਮੈਂ ਸਮਝਣਾ ਚਾਹਨਾ ਵਾ ਨਾ, ਨਹੀਂ ਮੈਂ ਗਲਤੀ ਤੇ ਆਵਾਂ ਤੇ ਮੈਨੂੰ ਗਲਤੀ ਪਤਾ ਲੱਗੇ ਤੇ ਤੁਸੀਂ ਉਹਦਾ ਤੇ ਪਹਿਲੇ ਅਜ਼ਾਲਾ ਕਰ ਲਓ ਨਾ, ਜਿਹੜੀ ਗਲਤੀ ਤੇ ਹੋ ਤੁਸੀਂ, ਉਹ ਗਲਤੀ ਦਾ ਅਜ਼ਾਲਾ ਨਹੀਂ ਕਰਦੇ ਤੇ ਤੁਸੀਂ ਮੁੜ ਉਸੇ ਤੇ। ਅਸਲ ਮੈਨੂੰ ਥੋੜੀ ਜਿਹੀ ਗੱਲ ਇਹ ਹੈ ਕਿ ਜਦੋਂ ਤੱਕ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਜ਼ਿੰਦਾ ਅਸਮਾਨ ਤੇ ਬਿਠਾਈ ਰੱਖਣਾ, ਉਸ ਵਕਤ ਤੱਕ ਤੁਸੀਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਖਰੀ ਨਬੀ ਕਿਸ ਤਰ੍ਹਾਂ ਕਹਿ ਸਕਦੇ? ਦੇਖੋ ਨਾ, ਮੈਂ ਤੇ ਇਸ ਤਰ੍ਹਾਂ ਬਿਠਾਈ ਰੱਖਿਆ ਕਿ ਅੱਜ ਤੋਂ 125 ਸਾਲ ਪਹਿਲੇ ਤੁਸੀਂ ਕਹਿੰਦੇ ਹੋ ਉਹ ਹਜ਼ਰਤ ਈਸਾ ਅਲੈਹਿਸਲਾਮ ਸੀਗੇ, ਇਹ ਉਹਨਾਂ ਦਾ ਜਨਮ ਸੀਗਾ,
ਜਾਂ ਕਿੰਨਾ ਦਾ ਜਨਮ? ਗੁਲਾਮ ਅਹਿਮਦ ਮਿਰਜ਼ਾ, ਇਹ ਈਸਾ ਅਲੈਹਿਸ ਸਲਾਮ ਨਹੀਂ ਸੀਗੇ? ਤੁਹਾਡਾ ਅਕੀਦਾ ਕੀ ਹੈ? ਇਹ ਈਸਾ ਅਲੈਹਿਸ ਸਲਾਮ ਸੀਗੇ, ਗੁਲਾਮ ਅਹਿਮਦ ਮਿਰਜ਼ਾ? ਉੱਥੇ ਜੀ ਈਸਾ ਇਬਨ ਮਰੀਮ ਜਿਹੜਾ ਆਂਦਾ ਨਾ ਠੀਕ ਹੈ। ਜ਼ਿਕਰ, ਉਹ ਇਹ ਨਹੀਂ ਕਿ ਨਾਮ ਦਾ ਹੀ ਹੋਏਗਾ। ਆਈ ਸਮਝ ਮਰਮੀ ਸਿਫਾਤ, ਹਜ਼ਰਤ ਈਸਾ ਅਲੈਹਿਸਸਲਾਮ ਦੀ ਸਿਫਾਤ। ਹਜ਼ਰਤ ਈਸਾ ਅਲੈਹਿਸਸਲਾਮ ਨੇ ਯਹੂਦ ਨੂੰ ਕੀ ਤਾਲੀਮ ਦਿੱਤੀ ਕਿ ਅਗਰ ਇੱਕ ਕੋਈ ਗੱਲ ਤੇ ਥੱਪੜ ਮਾਰਦਾ, ਦੂਸਰੀ ਗੱਲ ਅੱਗੇ ਕਰ, ਤੇ ਯਹੂਦੀਆਂ ਨੇ ਉਹਨੂੰ ਤਾਈਓ ਤੇ ਉਹਨਾਂ ਅੱਛਾ ਚਲੋ, ਇਹ ਗੁਲਾਮ ਅਹਿਮਦ ਮਿਰਜ਼ਾ ਜਿਹੜੇ ਸੀ ਉਹ ਹਜ਼ਰਤ ਈਸਾ ਅਲੈਹਿਸਸਲਾਮ ਦੀ ਕੰਟੀਨਿਊਏਸ਼ਨ ਸੀ, ਤੁਸੀਂ ਇਹ ਕਹਿ ਰਹੇ ਹੋ? ਹਜ਼ਰਤ ਈਸਾ ਅਲੈਹਿਸਸਲਾਮ ਫੌਤ ਹੋ ਗਏ, ਠੀਕ ਹੈ। ਉਹਨਾਂ ਦੁਨੀਆ ਤੇ ਕੋਈ ਨਹੀਂ, ਠੀਕ ਹੋ ਗਿਆ। ਉਹ ਐਸਾ ਉਹਨਾਂ ਨੇ ਨਾ ਦੁਬਾਰਾ ਆਣਾ, ਠੀਕ ਹੈ। ਨਾ ਕੋਈ। ਇਹ ਤੁਸੀਂ ਜਿੰਨੇ ਮੁੰਤਜ਼ਰ ਹੋ ਉਹ ਹੈ ਠੀਕ ਹੈ। ਕਿਸੇ ਉਹ ਨੇ ਅਕੀਦਾ, ਠੀਕ ਹੈ। ਅਗਰ ਰਸੂਲੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਆਖਰੀ ਨਬੀ ਸਨ, ਉਹਨਾਂ ਨੇ ਦੇਖੋ ਨਾ, ਮੈਂ ਆਪਣੀ ਜ਼ਿੰਦਗੀ 'ਚ ਦੱਸਿਆ। ਅਗਰ ਉਹਨਾਂ ਦੀ ਜ਼ਿੰਦਗੀ 'ਚ ਇਹ ਨਾ ਦੱਸਿਆ ਕਿਆ ਹੁੰਦਾ ਕਿਧਰੇ, ਤੇ ਅਸੀਂ ਵੀ ਪੈਰੋਕਾਰ ਹੁੰਦੇ। ਉਹਨਾਂ ਕਿਹਾ ਹੁੰਦਾ ਕਿ ਹਜ਼ਰਤ ਈਸਾ ਅਲੈਹਿਸ ਸਲਾਮ ਜ਼ਿੰਦਾ ਅਸਮਾਨ ਤੇ ਬੈਠੇ, ਬਿਲਕੁਲ ਸਹੀ। ਮੇਰੇ ਦੇਖੋ, ਬਾਅਦ ਉਹਨਾਂ ਨੇ ਆਣਾ, ਮਤਲਬ ਉਹਨਾਂ ਦਾ ਤੁਸੀਂ ਵੇਖਿਓ ਜਿਸ ਇਮਾਮ ਮਹਿਦੀ ਨੇ ਆਣਾ ਸੀ ਨਾ, ਇਸ ਉਮਤ ਚੋਂ, ਉਮਤ ਮੁਹੰਮਦੀਆ ਚੋਂ, ਠੀਕ ਹੈ। ਠੀਕ ਆ, ਉਹ ਉਮਤ ਮੁਹੰਮਦੀਆ ਚੋਂ ਆਏ। 40 ਸਾਲ ਤੱਕ ਇਸੇ ਰੂਏ ਜ਼ਮੀਨ ਤੇ ਰਹੇ। ਮਤਲਬ ਸਾਰਾ ਕੁਝ ਇਹਨਾਂ ਲੋਕਾਂ ਨੇ ਦੇਖਿਆ। ਇਹਨਾਂ ਹੀ ਮੁੱਲਾਂ ਨੇ ਪਹਿਲੇ ਕਿਹਾ ਕਿ ਅਗਰ ਕੋਈ ਇਸ ਵਕਤ ਦੀਨ ਦੀ ਖਿਦਮਤ ਕਰ ਰਿਹਾ, ਅਗਰ ਕੋਈ ਹੈ ਦੁਨੀਆ ਤੇ, ਤਾਂ ਉਹ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ। ਅਗਰ ਇਹ ਨਾ ਹੁੰਦਾ ਤਾਂ ਨਾ ਈਸਾਈਆਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਉਸ ਤੋਂ ਬਾਅਦ ਮਤਲਬ ਜਦੋਂ ਉਹਨਾਂ ਨੂੰ ਅੱਲਾ ਨੇ ਦੱਸਿਆ ਕਿ ਤੂੰ ਵੀ ਵਕਤ ਦਾ ਇਮਾਮ ਹੈ, ਵਕਤ ਦਾ ਇਮਾਮ ਮਹਿਦੀ ਤੂੰ ਹੀ, ਉਹਨਾਂ ਨੇ ਜਦੋਂ ਦਾਵਾ ਕੀਤਾ ਦੋ ਆਇਆ ਸਰ ਮੁਨਕਰ ਹੋ ਗਏ। ਇਮਾਮ ਮਹਿਦੀ ਸਨ, ਇਮਾਮ ਮਹਿਦੀ ਸਨ ਹਜ਼ਰਤ ਗੁਲਾਮ ਅਹਿਮਦ ਮਿਰਜ਼ਾ। ਐਕਚੁਅਲੀ ਇਹ ਇਮਾਮ ਮਹਿਦੀ ਨੇ, ਇਮਾਮ ਮਹਿਦੀ ਨੇ, ਹੋਰ ਕੌਣ ਨੇ? ਠੀਕ ਨਹੀਂ। ਇਹ ਦੇਖੋ ਨਾ, ਇੱਕ ਚੀਜ਼ ਮੈਂ ਦੇਖੋ, ਦੋ ਤਿੰਨ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨਾ, ਮੈਂ ਉਹਨੂੰ ਕਲੀਅਰ ਕਰਦਾ। ਇੱਕ ਬੰਦਾ ਉਹ ਕਹਿੰਦਾ ਹੈ ਕਿ ਜੀ ਬੰਦਾ ਮਰ ਗਿਆ, ਗੱਲ ਖਤਮ, ਨਾ ਉੱਠਣਾ ਉਹਨੇ, ਨਾ ਕੋਈ ਰੂਹ ਚੀਜ਼ ਹੈ, ਨਾ ਕੋਈ ਚੀਜ਼ ਹੈ, ਉਹਦਾ ਇਤਕਾਦ ਹੈਗਾ। ਮੈਂ ਕਿਹੜਾ ਇਤਰਾਜ਼ ਕਰਨ ਵਾਲਾ, ਠੀਕ ਹੈ? ਮੈਂ ਤਾਂ ਆਪਣਾ ਹੀ ਪੈਗਾਮ ਭੇਜ ਸਕਦਾ, ਜਾਂ ਮੈਂ ਇਹ ਸਮਝ ਸਕਦਾ ਕਿ ਮੇਰਾ ਯਕੀਨ ਹੈ। ਇੱਕ ਬੰਦਾ ਐਸਾ ਹੈ, ਉਹ ਕਹਿੰਦਾ ਹੈ ਕਿ ਜੀ ਕਿਆਮਤ ਤੇ ਆਏਗੀ ਨਹੀਂ, ਲੇਕਿਨ ਬੰਦਾ ਜਿਹੜਾ ਨਾ ਦੁਬਾਰਾ ਦੂਜਾ ਜਨਮ ਲੈ ਲੇਗਾ, ਫਿਰ ਜਨਮ ਲੈ ਲੇਗਾ। ਕਿਆਮਤ ਆਏਗੀ ਨਹੀਂ, ਮੈਂ ਲੋਕਾਂ ਦੇ ਇਤਕਾਦ ਦੀ ਗੱਲ ਕਰ ਰਿਹਾ, ਮੁਖਤਲਿਫ ਮਜ਼ਾਹਿਬ ਜਾਂ ਜਿਹੜੇ। ਮੈਂ ਕਿਹੜਾ ਬੰਦਾ ਵਾਂ ਕਿ ਇਤਰਾਜ਼ ਕਰਾਂ? ਮੈਂ ਤੇ ਆਪਣੇ ਇਤਕਾਦ ਤੇ ਮੈਂ ਗੱਲ ਕਰ ਸਕਦਾ, ਜਾਂ ਤੁਹਾਡੇ ਕੋਲ ਪੁੱਛ ਸਕਦਾ ਕਿ ਤੁਹਾਡਾ ਕੀ ਹੈ, ਠੀਕ ਹੈ ਨਾ? ਇੰਨੀ ਗੱਲ ਹੋ ਸਕਦੀ ਹੈ। ਤੇ ਮੈਂ ਉਹਦੇ ਬਾਰੇ ਫਿਰ ਮੇਰਾ ਮੁੜ ਕੇ ਜਿਹੜਾ ਨਾ, ਉਹ ਸਾਰੀਆਂ ਗੱਲਾਂ ਤੁਹਾਡੀਆਂ ਜਿਹੜੀਆਂ ਨੇ ਨਾ, ਸਮਝ ਆ ਰਹੀਆਂ ਨੇ ਕਿ ਤੁਸੀਂ ਜਿਹੜੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਰਾ ਸਵਾਲ ਫਿਰ ਇੱਕੋ ਹੀ ਆ ਜਾਂਦਾ ਕੋਲੋਂ ਨਹੀਂ ਸਮਝਾ ਰਿਹਾ। ਇਹ ਕੁਰਾਨ ਵਿੱਚ ਵੀ ਮੌਜੂਦ, ਹਦੀਸ ਵਿੱਚ ਵੀ ਮੌਜੂਦ, ਜਿੱਧਰੋਂ ਮਰਜ਼ੀ ਤੁਸੀਂ ਦੇਖ ਲਓ। ਤੋ ਅਸੀਂ ਕੋਈ ਆਸਿਓਂ ਪਾਸੇ ਨਹੀਂ ਤੁਹਾਨੂੰ ਅਸੀਂ ਪਕੜਦੇ ਫਲਾਉਂਦੇ। ਅਸੀਂ ਜਿਹੜੀ ਅਹਿਮਦੀਅਤ ਹੈ ਨਾ, ਅਸੀਂ ਕਿਸੇ ਤੇ ਜ਼ਬਰਦਸਤੀ ਨਹੀਂ ਉਹਨੂੰ ਕਰਦੇ, ਨਾ ਅਸੀਂ ਪੈਸਾ ਦਿੰਨੇ ਆ, ਨਾ ਕੋਈ ਅਸੀਂ ਦੂਸਰਾ ਲਾਲਚ ਦਿੰਨੇ, ਨਾ ਕੋਈ ਸਾਡੇ 'ਚ ਇਹ ਨਹੀਂ ਹੈ। ਅਹਿਮਦੀਅਤ ਦਾ ਲੋਕ ਖੁਦ ਆਉਂਦੇ ਨੇ, ਕਿਸੇ ਨੂੰ ਖੁਦਾ ਖਾਬ ਦੇ ਜ਼ਰੀਏ ਦੱਸਦਾ, ਕੋਈ ਮਤਲਬ ਉਹਨਾਂ ਦਾ ਕੀ ਸੀ ਜਿਸ ਵੇਲੇ ਉਹਨਾਂ ਦਾਵਾ ਕੀਤਾ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਕਿ ਮੈਂ ਹੀ ਵਕਤ ਦਾ ਇਮਾਮ ਹਾਂ। ਉਹਨਾਂ ਕਿਹਾ ਸੀ ਜਾਂ ਮੇਰੀ ਸੋਬਤ 'ਚ ਰਹੋ ਤੇ ਤੁਹਾਨੂੰ ਕੁਝ ਮਿਲੇਗਾ, ਤੇ ਜਾਂ ਮਤਲਬ ਲੋਕ ਇਸੇ ਤਰ੍ਹਾਂ ਹੀ ਆਏ ਜਿਹੜੇ ਉਹਨਾਂ ਸੋਬਤ 'ਚ ਰਹਿੰਦੇ ਸੀ, ਉਹ ਮਤਲਬ ਹੋ ਜਾਂਦੇ ਸੀ। ਇੱਥੋਂ ਤੱਕ ਇਹ ਹੈ ਕਿ ਜਿਹੜੇ ਗਏ ਨੇ ਤਾਂ ਖਾਲੀ ਨਹੀਂ ਆਏ। ਜਦਕਿ ਉਸ ਵਕਤ ਉਹਨਾਂ ਦੇ ਨਾਲ ਜਿਹੜਾ ਅਹਿਲ ਹਦੀਸ ਮਕਲਦ ਹੈ ਸੀ ਆਪਣਾ ਮੁਹੰਮਦ ਹੁਸੈਨ ਬਟਾਲਵੀ, ਜੀ ਬਿਲਕੁਲ, ਉਹ ਕਹਿੰਦੇ ਸੀ ਕਿ ਮਤਲਬ ਮੈਂ ਹੀ ਇਹਨੂੰ ਚੁੱਕਿਆ ਸੀ, ਮੈਂ ਇਹਨੂੰ ਲਾ ਦੇਣਾ। ਤੇ ਉਹ ਕਿੱਧਰ ਗਿਆ? ਉਹਦਾ ਤਾਂ ਨਾਮ ਲਿਆ ਕਿ ਨਹੀਂ, ਅਸੀਂ ਸਗੋਂ ਨਾਂ ਲੈਣੇ, ਕਿਉਂ ਸਾਡੀਆਂ ਜਿਹੜੀਆਂ ਮਸੀਹ ਮੌਤ ਦੀਆਂ ਕਿਤਾਬਾਂ ਉਹਨਾਂ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ। ਅਸੀਂ ਉਹਨੇ ਉੱਥੇ ਡੇਰਾ ਲਾ ਛੱਡਿਆ ਬਟਾਲਾ ਸਟੇਸ਼ਨ ਤੇ। ਉਹ ਹਰ ਆਉਣ ਵਾਲੇ ਨੂੰ ਰੋਕਦਾ ਸੀ ਕਿ ਇੱਧਰ ਨਾ ਜਾਇਓ। ਮਤਲਬ ਇਸੇ ਤਰ੍ਹਾਂ ਹੀ ਫਿਰ ਜਦੋਂ ਅਸੀਂ ਉੱਥੋਂ ਸ਼ਿਫਟ ਹੋਇਆ ਸਾਡਾ ਮਰਕਜ਼, ਜਿਸ ਵੇਲੇ ਪਾਕਿਸਤਾਨ, ਇੰਡੀਆ ਪਾਕਿਸਤਾਨ ਤੋਂ, ਪਾਕਿਸਤਾਨ ਅਲੱਗ ਹੋ ਗਿਆ, ਇੰਡੀਆ ਅਲੱਗ ਹੋ ਗਿਆ, ਤੇ ਮਰਕਜ਼ ਬਣਿਆ ਰਵਾ। ਉੱਥੇ ਹੁਣ ਤੱਕ ਮੁੱਲਾ ਇਹ ਆਖਦੇ ਰਹੇ ਨੇ ਕਿ ਉੱਥੋਂ ਕੋਈ ਆਂਦਾ ਕਿ ਅੱਖਾਂ ਬੰਦ ਕਰਕੇ ਲੰਘਿਆ ਕਰੋ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਤੇ ਉਹ ਤੇ ਫਿਰ ਵੀ ਸਿਲਸਿਲਾ ਚੱਲਣ ਡਿਆ। ਚਲੋ ਇਹ ਸਾਰੀਆਂ ਗੱਲਾਂ ਤੁਹਾਡੀਆਂ ਬਿਲਕੁਲ ਸਮਝ ਆ ਗਈਆਂ। ਗੱਲਾਂ ਜਿਹੜੀਆਂ ਨੇ ਨਾ, ਮਤਲਬ ਤੁਸੀਂ ਕਹਿੰਦੇ ਹੋ ਇਹ ਹੁੰਦੀਆਂ ਨੇ, ਦੂਜਾ ਕਹਿੰਦਾ ਕੁਝ ਹੋਰ ਹੁੰਦੀਆਂ ਨੇ। ਯਾਰ ਅਸੀਂ ਇਦਾਂ ਨਹੀਂ ਕਹਿੰਦੇ, ਤੁਸੀਂ ਪੜਿਆ ਕਰੋ ਕੁਝ ਹਦੀਸ ਦੀਆਂ ਕਿਤਾਬਾਂ, ਮੁਸਤਨਦ ਕਿਤਾਬਾਂ। ਸਹੀ ਮੁਸਲਮ ਦੀ ਹਦੀਸ ਦੀ ਕਿਤਾਬ ਜਿਹੜੀ ਉਹਦੇ ਵਿੱਚ ਲਿਖਿਆ ਆ ਕਿ ਜਿਹੜਾ ਵਕਤ ਦਾ ਇਮਾਮ ਹੈ, ਸੁਣ ਲਓ ਨਾ ਸੁਣੋ, ਹੋਵਾ ਨਬੀਉਨ ਹੋਵਾ ਨਬੀਉਨ ਹੋਵਾ ਨਬੀਉਨ ਹੋਵਾ ਨਬੀਉਨ, 4 ਦਫਾ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਕਿਹਾ ਇਮਾਮ ਮਹਿਦੀ ਵੱਲੋਂ ਕਿ ਉਹ ਅੱਲਾਹ ਦਾ ਨਬੀ ਹੋਏਗਾ। ਉਹਨਾਂ ਨੇ ਬਜ਼ਾਤੇ ਖੁਦ ਨਹੀਂ ਆਖਿਆ ਇਸ ਤਰ੍ਹਾਂ ਕਿ ਮੈਂ ਨਬੀ। ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਉਹਨਾਂ ਕਿਹਾ ਜਦੋਂ ਮੈਨੂੰ ਕਹੋ ਉਮਤੀ ਨਬੀ ਕਹੋ, ਇਸ ਤਰ੍ਹਾਂ ਨਹੀਂ ਕਹੋ ਕਿ ਖਾਲੀ ਨਬੀ।
ਉਹ ਜਿਹੜਾ ਚਲੋ, ਉਹ ਜਿਹੜਾ ਤੁਸੀਂ ਸਿਲਸਿਲਾ ਕਹਿੰਦੇ ਨਾ ਹੋ- ਤੁਹਾਨੂੰ ਤੇ ਇੰਨਾ ਹੀ ਨਹੀਂ ਪਤਾ ਕਿ ਉਹ ਸਿਲਸਿਲਾ ਜਿਹੜਾ ਹੈ ਨਾ ਨਬੂਵਤ ਉਹ ਇਸ ਤਰ੍ਹਾਂ ਜਾਰੀ ਹੋਣਾ ਕਿ ਰਸੂਲੇ ਪਾਕ ਸੱਲੱਲਾਹੁ ਅਲੈहि ਵਸੱਲਮ ਤੇ ਦੀਨ ਮੁਕੰਮਲ ਹੋ ਗਿਆ, ਸ਼ਰੀਅਤ ਕਾਮਲ ਹੋ ਗਈ, ਸਾਰਾ ਕੁਝ ਹੋ ਗਿਆ। ਉਹਨਾਂ ਦੀ ਜਿਹੜਾ ਤਾਲੀਮ ਸੀ ਨਾ ਉਸ ਚ ਕਿਉਂ ਆਈ ਸਵਾਲ ਤੇ ਗੜਬੜ? ਇਹ ਆ ਜਾਂਦਾ ਨਾ ਕਿ ਅਗਰ ਜੇ ਉਮਤੀ ਨਬੀ ਸਨ ਗੁਲਾਮ ਅਹਿਮਦ ਮਿਰਜ਼ਾ ਹਾਂ ਤੇ ਮਹਿੰਦੀ ਸਨ ਤੇ ਦੀਨ ਦੇ ਵਿੱਚ ਕਿਹੜੀ ਕਸਰ ਰਹਿ ਗਈ ਸੀ, ਇਹ ਦੂਜਾ ਸਵਾਲ ਆ ਜਾਂਦਾ ਹੈ ਕਿ ਉਹ ਜਿਹੜੀ ਜਿਹਨੂੰ ਉਹ ਪੂਰਾ ਕਰਨ ਆਏ ਸਨ। ਠੀਕ ਹੈ, ਡੈਫੀਨਿਟਲੀ ਕੁਝ ਕਸਰ ਰਹਿੰਦੀ ਸੀ। ਪਹਿਲੇ ਖਲੀਫਾ ਕਿਹੜੇ ਗੁਜ਼ਰੇ ਰਸੂਲੇ ਪਾਕ ਸੱਲੱਲਾਹੁ ਅਲੈहि ਵਸੱਲਮ ਤੋਂ ਬਾਅਦ 4 ਖਿਲਾਫਤਾਂ ਗੁਜ਼ਰੀਆਂ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਅਨਹੁ। ਅੱਛਾ, ਉਹਨਾਂ ਦੀ ਵਫਾਤ ਕਿਸ ਤਰ੍ਹਾਂ ਹੋਈ? ਨਹੀਂ ਮੇਰੀ ਜਿਹੜੀ ਨਾ ਮੈਂ ਉਹ ਮੌਜੂ ਤੋਂ ਟੱਪ ਜਾਵਾਂਗੇ। ਮੇਰਾ ਜਿਹੜਾ ਨਹੀਂ ਸਵਾਲ ਹੈ ਨਹੀਂ ਨਾ, ਉਹ ਹੀ ਉਹ ਤੁਹਾਡੇ ਸਵਾਲ ਦਾ ਮੈਂ ਜਵਾਬ ਦੇਣ ਡਿਆ। ਦੂਸਰਿਆਂ ਦੀ ਕਿਸ ਤਰ੍ਹਾਂ ਹੋਈ ਵਫਾਤ? ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅੰਹੂ ਦੀ। ਚਲੋ ਤੁਹਾਨੂੰ ਹਜ਼ਰਤ ਅਬੂ ਬਕਰ ਨਹੀਂ ਸਿੱਦੀਕ ਦਾ ਮੈਨੂੰ ਦੇਖੋ ਮੈਂ ਜਿਹੜਾ ਨਾ ਉਹ ਟੌਪਿਕ ਤੋਂ ਜਿਹੜਾ ਨਾ ਉਹ ਫਿਰ ਅਸੀਂ ਹਟ ਜਾਾਂਗੇ। ਮੇਰਾ ਸਵਾਲ ਉਹ ਇਹ ਯਾਰ ਹੈ ਟਾਪਿਕ ਦਾ ਜਿਹੜਾ ਤੁਹਾਡਾ ਸਵਾਲ ਉਹਦਾ ਹੀ ਜਵਾਬ ਦੇਣ ਡਿਆ। ਮੈਨੂੰ ਜਿਹੜਾ ਨਾ ਸਿਰਫ ਤੁਸੀਂ ਸਵਾਲ ਇਹ ਹੈ ਪੁੱਛਿਆ ਨਾ ਕਿ ਕਿੱਥੋਂ ਕਿ ਹੋਇਆ ਤੇ ਉਹ ਕਿਹੜਾ ਦੀਨ? ਉਮਤੀ ਨਬੀ ਸਨ ਜਾਂ ਮਹਿੰਦੀ ਸਨ, ਲੇਕਿਨ ਰੱਬ ਤਾਲਾ ਨੇ ਰਾਬਤਾ ਕਿਸ ਤਰ੍ਹਾਂ ਕੀਤਾ, ਵਹੀ ਭੇਜੀ। ਜਿਹੜਾ ਵਕਤ ਦਾ ਇਮਾਮ ਹੋਣਾ ਉਹਦੇ ਹੈ ਹੀ ਉਸ ਚ ਆਂਦਾ ਕਿ ਮਤਲਬ ਉਹਦਾ ਅੱਲਾ ਨਾਲ ਤਲਕ ਹੋਏਗਾ। ਹਾਂ। ਉਹ ਖੁਦਾ ਤੋਂ ਮਤਲਬ ਖਬਰ ਪਾ ਕੇ ਦੁਨੀਆ ਨੂੰ ਦੱਸੇਗਾ। ਬਿਲਕੁਲ। ਤਜਦੀਦ ਦੀਨ ਉਹਨਾਂ ਜਿਹੜੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨੇ ਦੀਨ 'ਚ ਜਿਹੜੀਆਂ ਖਰਾਬੀਆਂ ਹੋ ਗਈਆਂ ਸੀ ਉਹਨਾਂ ਨੇ ਆਣ ਕੇ ਸਹੀ ਕੀਤਾ। ਆਈ ਸਾਹਿਬ ਇਹ ਜਿਸ 4 ਖਿਲਾਫਤਾਂ ਗੁਜ਼ਰੀਆਂ 14 ਵਾਰੀ ਗਦਰ ਮਚਿਆ ਕਿ ਰਸੂਲ ਹਜ਼ਰਤ ਅਬੂ ਬਕਰ ਸਦੀਕ ਆਪਣੀ ਤਬੀ ਮੌਤ ਫੌਤ ਹੋਏ। ਠੀਕ ਆ, ਉਸ ਤੋਂ ਬਾਅਦ ਹਜ਼ਰਤ ਉਮਰ ਨਾਲ ਵੀ ਜੋ ਕੁਝ ਕੀਤਾ ਉਹ ਤਾਰੀਖ ਦੱਸਦੀ ਹੈ। ਠੀਕ ਆ, ਹਜ਼ਰਤ ਉਸਮਾਨ ਗਨੀ ਨਾਲ ਜੋ ਕੁਝ ਹੋਇਆ, ਕਿੰਨੇ ਦਿਨ ਉਹਨਾਂ ਦੇ ਘਰ ਦਾ ਮਾਸਰਾ ਕੀਤਾ ਰੱਖਿਆ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨਾਲ ਜੋ ਕੁਝ ਹੋਇਆ, ਉਸ ਤੋਂ ਬਾਅਦ ਫਿਰ ਖਿਲਾਫਤ ਮਨਾਜ ਨਬੂਵਤ ਉਹ ਜਿਹੜਾ ਬਾਅਦ ਵਿੱਚ ਰੱਖਣਾ ਜਿਹੜਾ ਮਤਲਬ ਮੁਖਤਲਫ ਹੋਏ, ਮਤਲਬ ਅੱਜ ਜਿਸ ਤਰ੍ਹਾਂ ਮੁਇਨੁੱਦੀਨ ਅਰਬੀ ਜੇ ਉਹ ਆਏ ਨੇ ਸਾਰੇ। ਉਸ ਤੋਂ ਬਾਅਦ ਦੀਨ 'ਚ ਵਿਗਾੜ ਪੈਂਦਾ ਹੁੰਦਾ ਗਿਆ 4 ਖਲੀਫਾ ਤੋਂ ਬਾਅਦ। ਠੀਕ ਹੈ, ਫਿਰ ਇੱਕ ਵਕਤ ਹੁਣ ਕੁਰਾਨ 'ਚ ਹੀ ਆਉਂਦਾ ਇੱਕ ਵਕਤ ਆਏਗਾ ਕਿ ਮਤਲਬ ਉਸ ਵਕਤ ਦਾ ਇਮਾਮ ਆਏਗਾ। ਉਹ 14ਵੀਂ ਸਦੀ ਦਾ ਦੱਸਿਆ ਸੀ, 14ਵੀਂ ਸਦੀ ਦੇ ਉਸ ਤੇ ਆਏ। ਉਹਨਾਂ ਨੇ ਆਣ ਕੇ ਫਿਰ ਇਸ ਨੂੰ ਤਜਦੀਦ ਦੀਨ ਕੀਤਾ। ਉਹਨਾਂ ਨੇ ਜੋ ਕੁਝ ਗੜਬੜ ਹੈ ਅਸੀਂ ਨਾ ਮੁਸ਼ਰਕ ਹੈ, ਨਾ ਅਸੀਂ ਕਬਰਾਂ ਨੂੰ ਪੂਜਨੇ ਆ, ਨਾ ਅਸੀਂ ਮਤਲਬ ਕੋਈ ਧਮਾਲਾਂ ਪਾਉਨੇ ਆ, ਨਾ ਕੋਈ ਅਸੀਂ ਤਵੀਜ਼ ਗੰਡਾ ਕਰਨੇ ਆ, ਕੁਝ ਨਹੀਂ। ਜੋ ਸ਼ਿਰਕ ਹੈ ਸੀ ਨਾ ਉਹ ਦੁਨੀਆ ਤੋਂ ਇਹ ਖਤਮ ਕਰ ਲਿਆ ਤੇ ਉਹ ਕਰਦੇ ਪਿਆ ਅੱਜ ਤੱਕ। ਜੋ ਦੀਨ ਸਹੀ ਹੈ ਨਾ ਅਸਲ ਦੀਨ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਵਕਤ ਜਿਹੜਾ ਦੀਨ ਸੀ ਉਹ ਦੁਨੀਆ ਨੂੰ ਦੱਸਦੇ। ਮੈਂ ਤੇ ਇੱਕ ਡਿਫਰੈਂਟ ਗੱਲ ਕਰਦਾ ਕਿ ਉਹ ਜਿਹੜੇ ਦੌਰ ਦੇ ਵਿੱਚ ਗੁਲਾਮ ਅਹਿਮਦ ਮਿਰਜ਼ਾ ਨਬੂਵਤ ਦਾ ਦਾਵਾ ਕਰਦੇ ਨੇ, ਉਹਨਾਂ ਨੂੰ ਫੁੱਲ ਸਪੋਰਟ ਰਹਿੰਦੀ ਹੈ ਤਾਜੇ ਬਰਤਾਨੀਆ ਦੀ। ਉਹ ਤਾਜੇ ਬਰਤਾਨੀਆ ਦੇ ਨਾਲ ਤਾਲੁਕ ਤਾਜੇ ਬਰਤਾਨੀਆ ਦੇ ਨਾਲ ਤਾਲੁਕ ਵੀ ਰੱਖਦੇ ਨੇ। ਲੇਕਿਨ ਇਹ ਅਸੀਂ ਅਗਲੇ ਸੈਸ਼ਨ ਦੇ ਵਿੱਚ ਅਗਲੀ ਗੱਲ ਦੇ ਵਿੱਚ ਅਸੀਂ ਕਰ ਲਾਂਗੇ। ਨਹੀਂ ਇਹ ਸੈਸ਼ਨ ਤੇ ਇਹ ਚੱਲ ਰਿਹਾ ਹੁਣ ਅਗਲੀ ਤਾਜੇ ਬਰਤਾਨੀਆ ਦਾ ਜਦੋਂ ਜ਼ਿਕਰ ਕਰਦੇ ਫਿਰ ਉਹਦਾ ਜਵਾਬ ਤੇ ਲਗਾਉਣਾ। ਅੱਛਾ, ਕਿਹੜੇ ਸੈਕਸ਼ਨ ਚ ਚੱਲ ਜਾਣਾ? ਤਾਜੇ ਸਵਾਲ ਕਰਕੇ ਤੇ ਅਗਲੇ ਸੈਕਸ਼ਨ ਚ ਨਹੀਂ ਮੈਂ ਤਾਜੇ ਬਰਤਾਨੀਆ ਦਾ ਦੱਸੋ ਸਾਨੂੰ ਵੀ ਪਤਾ ਲੱਗੇ ਨਾ। ਇਹ ਆ ਕਿ ਮਹਿੰਦੀ ਸਨ ਜਾਂ ਉਮਤੀ ਅਸੀਂ ਨਬੀ ਤੇ ਸਨ। ਕਹਿੰਦੇ ਇਮਾਮ ਮਹਿਦੀ ਵੀ ਉਹ ਨਹੀਂ, ਮੇਰਾ ਉਮਤੀ ਸਵਾਲ ਨਬੀ ਇਹ ਹੈ ਉਮਤੀ ਨਬੀ ਹੋਣਾ ਜਿੰਨੇ ਇਮਾਮ ਉਮਤੀ ਮਹਿਦੀ ਨਬੀ ਹੋਣਾ। ਸਨ। ਠੀਕ ਹੈ, ਤੁਹਾਡਾ ਇਤਕਾਦ ਹੈ, ਮੈਂ ਉਹਦੇ ਤੇ ਮੈਂ ਗੱਲ ਕੋਈ ਨਹੀਂ ਕਰਦਾ, ਉਹ ਤੁਹਾਡਾ ਯਕੀਨ ਹੈ। ਲੇਕਿਨ ਮੇਰਾ ਮਕਸਦ ਇਹ ਹੈ ਗੱਲ ਕਰਨ ਦਾ, ਇਸ ਚੀਜ਼ ਨੂੰ ਮੈਂ ਸਮਝਾਂ ਕਿਉਂਕਿ ਇੱਕ ਅੱਧਾ 1.5 ਮਿੰਟ ਰਹਿ ਗਿਆ। ਇਹਦੇ ਵਿੱਚ ਮੈਨੂੰ ਸਮਝਾਓ ਕਿ ਉਹਨਾਂ ਦੇ ਨਾਲ ਰਾਬਤਾ ਰੱਬ ਤਾਲਾ ਨੇ ਕਿਸ ਤਰ੍ਹਾਂ ਕੀਤਾ। ਵਹੀ ਆਈ ਜਿਹੜੇ ਫਰਿਸ਼ਤਿਆਂ ਦੇ ਵਿੱਚੋਂ ਅਗਰ ਜੇ ਆਏ, ਜਿਸ ਤਰੀਕੇ ਨਾਲ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਹਜ਼ਰਤ ਜਿਬਰੀਲ ਅਮੀਨ ਆਉਂਦੇ ਸੀ, ਉਹ ਵਹੀ ਪਹੁੰਚਾਉਂਦੇ ਸੀ। ਗੁਲਾਮ ਅਹਿਮਦ ਮਿਰਜ਼ਾ ਸਾਹਿਬ ਦੇ ਕੋਲ ਉਹਨਾਂ ਨੂੰ ਇਹ ਦੱਸਣ ਵਾਲੇ ਕਿ ਤੁਸੀਂ ਮਹਿੰਦੀ ਹੋ ਜਾਂ ਉਮਤੀ ਨਬੀ ਹੋ, ਕੌਣ ਆਇਆ ਸੀ, ਕਿਹੜਾ ਫਰਿਸ਼ਤਾ ਆਇਆ ਸੀ, ਕਿਸ ਤਰੀਕੇ ਨਾਲ ਰਾਬਤਾ ਹੋਇਆ। ਹਜ਼ਰਤ ਮੂਸਾ ਅਲੈਹਿ ਸਲਾਮ ਦੇ ਨਾਲ ਅੱਲਾਹ ਤਾਲਾ ਡਾਇਰੈਕਟ ਖਿਤਾਬ ਕਰਦੇ ਸੀ, ਬਾਤ ਕਰਦੇ ਸੀ। ਉਹਨਾਂ ਦਾ ਇੱਕ ਆਪਣਾ ਤਰੀਕਾ ਸੀ। ਗੁਲਾਮ ਅਹਿਮਦ ਮਿਰਜ਼ਾ ਦੇ ਨਾਲ ਕਿਸ ਤਰ੍ਹਾਂ ਰਾਬਤਾ ਹੋਇਆ? ਉਹਨਾਂ ਨੂੰ ਵੀ ਜਿਸ ਵੇਲੇ ਅੱਲਾ ਨੇ ਕਿਹਾ ਕਿ ਤੂੰ ਹੀ ਵਕਤ ਦਾ ਇਮਾਮ, ਉਸ ਵੇਲੇ ਹੀ ਉਹਨਾਂ ਨੇ ਆਖਿਆ। ਵੈਸੇ ਤੇ ਨਹੀਂ ਉਹਨੇ ਆ ਦਿੱਤਾ, ਕੋਲੋਂ ਤੇ ਨਹੀਂ ਕਿਹਾ। ਫਰਿਸ਼ਤੇ ਦੇ ਥਰੂ ਕਿਹਾ ਜਾਂ ਡਾਇਰੈਕਟ ਹੀ ਅੱਲਾਹ ਪਾਕ ਨੇ ਗੱਲ ਕੀਤੀ? ਅੱਲਾਹ ਤਾਲਾ ਮਸੀਹ ਮੌਦ ਵੱਲੋਂ ਇਹ ਆਂਦਾ ਕਿ ਅੱਲਾਹ ਤਾਲਾ ਉਹਦੇ ਨਾਲ ਹਮ ਕਲਾਮ ਹੋਏਗਾ। ਇਸੇ ਤਰ੍ਹਾਂ ਹੀ ਹਮ ਕਲਾਮ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਨਾਲ ਵੀ ਖੁਦਾ ਆਂਦਾ ਸੀ। ਇਹ ਕੋਈ ਐਵੇਂ ਨਹੀਂ ਮਤਲਬ ਕਿ ਕੋਈ ਆਪਣਾ ਬਨੌਟੀ ਨਹੀਂ ਸੀ, ਮਤਲਬ ਇਹ ਅੱਲਾਹ ਦੀ ਤਰਫੋਂ ਇਹ ਸਿਲਸਿਲਾ ਹੀ ਹੋਇਆ। ਅੱਲਾ ਪਾਕ ਨੇ ਦੱਸਿਆ ਕਿ ਤੁਸੀਂ ਮਹਿੰਦੀ ਹੋ। ਬਿਲਕੁਲ।
ਮਾਂ ਵੀ ਤੁਸੀਂ ਹੋ, ਮਹਿੰਦੀ ਵੀ ਤੁਸੀਂ ਹੋ, ਜੋ ਕੁਝ ਜਿਹੜਾ ਨਾ ਉਹ ਸਾਰਾ ਕੁਝ ਤੁਹਾਡੇ 'ਚ ਹੀ ਹੈ। ਅਗਰ ਹਜ਼ਰਤ ਈਸਾ ਅਲੈਹਿਸਲਾਮ ਨੂੰ ਵੇਖਣਾ ਹੈ ਤੇ ਮਿਰਜ਼ਾ ਗੁਲਾਮ ਅਹਿਮਦ ਨੂੰ ਦੇਖ ਲਓ। ਅਗਰ ਤੁਸੀਂ ਇਹਨਾਂ ਨੇ ਮੁਸਲਮਾਨ ਦਾ ਮੁਹੰਮਦ ਮੂਸਾ ਦੇਖਣਾ, ਮੇਰੇ 'ਚ ਮੂਸਾ, ਮੈਂ ਮੂਸਾ ਦੀ ਤਸ਼ਬੀਹ ਹਾਂ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਦੀਨ ਹੈ ਉਹਨਾਂ ਦੇ ਵਿੱਚ ਜਿਹੜਾ ਤੁਸੀਂ ਮੁਸਲਮਾਨਾਂ ਨੇ ਅੱਜ ਕੱਲ੍ਹ ਦੇ ਨੇ ਵਿਗਾੜ ਪਾ ਦਿੱਤਾ ਨਾ, ਉਹਨੂੰ ਜਿਹੜਾ ਜਾਦੂ ਟੂਣਾ ਇਹ ਸਭ ਕੁਝ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਹਰਾਮ ਕਰਾ ਦਿੱਤਾ ਹੈ, ਜਿਹੜਾ ਕਿ ਮੁਸਲਮਾਨਾਂ ਨੇ ਆਪਣੇ ਵਾਸਤੇ ਲਾਗੂ ਕਰ ਲਿਆ ਸੀ ਕਿ ਇਹ ਬਿਹਤਰ ਹੈ। ਅੱਜ ਤੱਕ ਕਰਨ ਦੇ ਨੇ, ਅੱਜ ਤੱਕ ਕਰਨ ਦੇ। ਗੁਲਾਮ ਅਹਿਮਦ ਮਿਰਜ਼ਾ ਜਿਹੜੇ ਸਨ ਉਹ ਅੱਲਾ ਦੇ ਰਸੂਲ ਦੀ ਵੀ ਸਨ, ਹਜ਼ਰਤ ਈਸਾ ਵੀ ਸਨ ਤੇ ਹਜ਼ਰਤ ਮੂਸਾ ਵੀ ਸਨ। ਬਿਲਕੁਲ ਜੋ ਵੀ ਤੁਸੀਂ ਸਮਝਣਾ, ਜਿਹੜਾ ਵੀ ਇੰਤਜ਼ਾਰ ਕਰਦਾ ਪਿਆ ਨਾ, ਹੁਣ ਯਹੂਦੀ ਯਜ਼ੀਦ ਜਿਹੜੇ ਨੇ ਉਹ ਇੰਤਜ਼ਾਰ ਕਰਦੇ ਨੇ ਕਿ ਜਿਸ ਦਿਨ ਆਏਗਾ ਉਹ ਇਸਰਾਇਲ ਦੇ ਵਿੱਚ ਉਹ ਦੀਵਾਰ ਦੇ ਸਾਹਮਣੇ ਇਬਾਦਤ ਕਰਦੇ ਕਿ ਇੱਥੇ ਜਿਸ ਦਿਨ ਨਿਕਲੇਗਾ। ਲੇਕਿਨ ਖੁਦਾ ਤਾਲਾ ਨੇ ਮਿਰਜ਼ਾ ਗੁਲਾਮ ਅਹਿਮਦ ਨੂੰ ਫਰਮਾਇਆ ਸੀ ਕਿ ਉਹਨਾਂ ਨੂੰ ਦੱਸੋ ਕਿ ਉਹ ਜਿਸ ਮੈਂ ਹੀ ਹਾਂ। ਠੀਕ ਹੈ। ਇਸ ਤੋਂ ਇਲਾਵਾ ਇਸ ਤੋਂ ਬਾਅਦ ਕੋਈ ਨਹੀਂ ਆਏਗਾ, ਨਾ ਮੁਹੰਮਦ ਦੀ ਬਾਅਦ ਕੋਈ, ਨਾ ਤੇ ਕੁਰਾਨ ਨੇ ਤੇ ਆਖਿਆ ਤੇ ਨਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਤੇ ਵੀ ਇਰਸ਼ਾਦ ਫਰਮਾਇਆ ਕਿ ਮੁਹੰਮਦ ਜੀ ਤੋਂ ਬਾਅਦ ਕੋਈ ਹੋਰ ਆਏਗਾ। ਇਹ ਤਾਂ ਕਿਆਮਤ ਖਿਲਾਫਤ ਚਲਦੀ ਜਾਏਗੀ, ਜਲਦੀ ਚਲੀ ਜਾਏਗੀ। ਠੀਕ ਹੈ ਜੀ, ਇਸ ਨੂੰ ਜੇ ਸਟਾਪ ਕਰਦੇ हैं 1 मिनट वास्ते, फिर दोबारा शुरू करेंगे। ये थे जी मुबशर साहब और इनसे बात की। इस पर मेरी अपनी कोई राय नहीं है, जो इनकी राय थी वही मैंने रिकॉर्ड की। तो इसमें गलत या सही का कोई फैसला नहीं, आप ही इस चीज़ का फैसला करेंगे। बहुत शुक्रिया जी। अगले सेशन में देखते हैं जी फिर क्या होगा। ਤੁਸੀਂ ਸਾਰਾ ਝੂਠਾ ਹੀ ਇਹ ਪ੍ਰੋਗਰਾਮ ਕਰਦੇ ਹੋ, ਇਸ ਨੇ ਨਹੀਂ ਮਤਲਬ ਤੁਸੀਂ